किसान लीडरशिप साडे आगू है, साडे ही आ वो, पर किवें तुसीं देखो स्टेज तो भाषा की वरती जा रही है कि संयुक्त किसान मोर्चे की स्टेज तो असीं आपस च ही उलझे फिरदे हां। लड़ाई साडी सरकार नाल आ। ये बीजेपी का बंदा है, सरकार का बंदा है, एजेंट आ, और इदों भी गंदी भाषा, भद्दी भाषा यूज की जाती है, गालो गाली। वो दीप सिद्धू के खिलाफ लगे जाएंगे या लखे के खिलाफ लगे जाएंगे, इधरों साडे वर्गे उन्हां दे, मतलब ये तो कोई साडा म्यार नहीं है, ये तो साडे किरदार नहीं है। असीं कदों इक्का दिखावांगे, इकट्ठे होके लड़ांगे। बंदे प्लांट कर, ये तो बहुत गल्लां सब जरनैल सिंह भिंडरां वालियां वेले यही गल चलदी सी, प्लांट कीता। यार वो कर की रहा तुहाडे लई, गल की पेश कर रहा वो तो सुनो, नैरेटिव तो सुनो। ये साडे ते असर पा जांदा, असीं फिर उवें ही धिरां च वंडे जांदे आ। कुछ बंदे मेरे वाले पासे खड़े आ, कुछ दूजे वाले पासे खड़े आ, कुछ उधर नूं खड़े आ। क्यों? सानूं गल्लां दी समझ ही है नहीं। ਉਹਦੇ खिलाफ फिर एक प्रचार चलूगा भी नहीं, लोकां नूं नहीं जगा सकदे तुसीं। प्रचार फिर देखियो, हर बंदा हर शह बोलूगी, लफ्ज़ां नूं फड़ फड़ ਉਹਦੇ मतलब कट ਤੁਹਾਨੂੰ ਤੁਹਾਡੇ ਅੱਗੇ पेश किया जाऊगा। मीडिया की, बंदे की, पता नहीं फॉर्मूले घड़े जाणगे। अज RSS बीजेपी की कर रही है? आए नहीं बंदे भेज दी भी बंदा भेज दो तो वो कुछ कर दूगा, नहीं। वो सानू जथेबंदक नहीं होण दे रहे। तुसीं दसो साडी कोई जथेबंदी बची होवे जिथे जिहड़े राजनीति बंदे आ, राजनीति करते आ, उन्हां दा दखल अंदाज ना होवे? कोई एक ही दिखा दो मैनूं। ਅਸੀਂ ਅੱਜ एक संघर्ष च बैठे हैं, ਇੱਥੇ बैठे होए भी तुसीं एक लड़ाई च बैठे हो। लड़ाई हुकूमत दे नाल लड़ी जा रही है। इस गल का एहसास तुहानूं होना चाहिए। पंजाब हरियाणा भी अपनी होंद की लड़ाई लड़ रही है। होंद ते हस्ती लई ਜਿਹੜੀਆਂ ਕੌਮਾਂ 'ਚ ਜ਼ਮੀਰਾਂ ਜਾਗਦੀਆਂ ਹੋਣ ਉਹੀ ਲੜਦੀਆਂ, ਦੂਜੀਆਂ ਹੱਥ ਖੜੇ ਕਰ ਦਿੰਦੀਆਂ। ਤੁਸੀਂ ਵੇਖ ਲਓ, ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਤੀ ਸਾਜੀ ਹੋਣੀ ਹੈ ਨਾ, ਇੱਥੇ ਵਿਆਪਕਤਾ ਬਣਾਈ। ਕੁਦਰਤ 'ਚ ਵੱਖ-ਵੱਖ ਰੰਗ ਆ, ਚਾਹੇ ਅਸੀਂ ਰੁੱਖ, ਸਾਡੀਆਂ ਫਸਲਾਂ, ਟਾਹਣੀਆਂ, ਵਾਤਾਵਰਨ, ਮਿੱਟੀ ਦੀ ਖਸਲਤ देख लीजिए, ਵੱਖ-ਵੱਖ रंग आ। उवें इंसान ते इंसानां दे सभ्याचार दे भी ਵੱਖ-ਵੱਖ रंग आ। पर बाबा जी हुणे एक गल दस रहे सी कि उस अकाल पुरख वाहिगुरू ने जदों ये दुनिया साजी इत्थे दो बिरतियां पैदा करतियां। एक बिरती आ देवतियां दी ते एक बिरती आ दैतां दी। ये जिहड़ियां दो बिरतियां, ਇਹ ਤੁਸੀਂ ਕਿਹੜੇ ਲੋਕ 'ਚ ਜਿਉਣਾ, ਜਿਵੇਂ ਕਹਿੰਦੇ ਆ ਨਾ ਸਤਿਯੁਗ ਸੀ, ਅੱਜ ਵੀ ਸਤਿਯੁਗ ਫਿਰਦਾ। ਜਿਹੜੇ ਬੰਦੇ ਚੰਗੇ ਹੁੰਦੇ ਆ, ਜਿਨ੍ਹਾਂ 'ਚ ਦੇਵਤਿਆਂ ਦੀ ਬਿਰਤੀ ਹੁੰਦੀ ਆ, ਅਕਾਲ ਪੁਰਖ ਵਾਹਿਗੁਰੂ ਦੀ ਉਸ ਰਚਨਾ ਦੇ ਅਨੁਸਾਰ ਚੱਲਦੇ ਆ, ਉਹਨਾਂ ਲਈ ਸਤਿਯੁਗ ਹੀ ਆ। ਜਿਹੜੇ ਬੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਜਾਂ ਉਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਆ, ਉਹ ਫਿਰ ਦੈਂਤ ਬਿਰਤੀ ਵਾਲੇ ਹੋ ਜਾਂਦੇ ਆ। ਪਾਵਰ, ਹਕੂਮਤਾਂ, ਲੋਕਾਂ ਤੇ ਗਲਬਾ ਪਾਉਣਾ, ਲੋਕਾਂ ਤੇ ਰਾਜ ਕਰਨਾ, ਇਹ ਦੈਂਤ ਬਿਰਤੀ ਆ। ਇਹਨਾਂ ਬੰਦਿਆਂ ਨੇ ਜਿਹੜੀ ਇਹ ਕੁਦਰਤ ਸਾਜੀ ਗਈ ਹੈ, ਜਿਸ ਤਰ੍ਹਾਂ ਸੱਭਿਆਚਾਰ ਵੀ ਵੱਖਰੇ, ਲੋਕ ਵੀ ਵੱਖਰੇ, ਵਾਤਾਵਰਨ ਵੀ ਵੱਖਰੇ। ਤੁਸੀਂ ਦੇਖੋ ਕੁਦਰਤ ਨਾਲ ਕਿੰਨੇ ਖਿਲਵਾੜ ਕੀਤੇ ਆ, ਉਵੇਂ ਖਿਲਵਾੜ ਇਹ ਸੱਭਿਆਚਾਰ ਨਾਲ ਵੀ ਕਰਦੇ ਆ। ਜਦੋਂ ਮੈਂ ਕਿਹਾ ਵੀ ਆਪਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਸਾਡੀ ਹੋਂਦ ਹੀ ਉਸ ਸੱਭਿਆਚਾਰ 'ਚ ਪਈ ਹੈ। ਸਾਡੀ ਹੋਂਦ ਸਾਡੇ ਪਿੰਡਾਂ 'ਚ ਜਿਸ ਤਰ੍ਹਾਂ ਦਾ ਸਾਡਾ ਰਹਿਣੀ ਸਹਿਣੀ, ਜੋ ਜੀਵਨ ਸ਼ੈਲੀ ਹੈ, ਜਿਉਣ ਦਾ ਢੰਗ ਆ, ਉਹਦੇ 'ਚ ਪਈ ਹੈ। ਇਹ ਚੀਜ਼ ਸਾਡੀ ਪਛਾਣ ਬਣਦੀ ਆ, ਸਾਡਾ ਨਿਸ਼ਾਨ ਸਾਹਿਬ ਸਾਡਾ ਪਛਾਣ ਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ, ਆਪਾਂ ਉਹਨਾਂ ਦੇ ਸ਼ਹਿਰ ਬੈਠੇ ਆ, ਇੱਥੇ ਵੀ ਉਹਨਾਂ ਦੇ ਚਰਨਾਂ ਦੀ ਛੋਹ ਆ ਇਸ ਸ਼ਹਿਰ ਨੂੰ ਪ੍ਰਾਪਤ। ਜਦੋਂ ਲਾਲ ਕਿਲੇ ਗਏ ਆ, ਦਿੱਲੀ ਗਏ ਆ, ਉਸੇ ਲਾਲ ਕਿਲੇ 'ਚੋਂ शाही काजी ने उन्हां दा सीस कलम कर दिता जावे दा फरमान जारी कीता सी। ते गुरु तेग बहादुर साहब दी की लड़ाई सी,
ਆਪਾਂ ਕੁਦਰਤ ਦੀ ਜਾਂ ਸੱਭਿਆਚਾਰ ਦੀ ਜਾਂ ਇੱਕ ਮਨੁੱਖਤਾ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਆ ਵੀ ਮੈਂ ਜਨੇਊ ਨਹੀਂ ਪਾਉਣਾ, ਜੇ ਜਨੇਊ ਪਾਓ ਤਾਂ ਜੱਤ ਸੱਤ ਦਾ ਪਾਓ, ਇਹੋ ਜਿਹਾ ਪਾਓ ਜਿਹੜਾ ਨਾ ਕਦੇ ਮੈਲਾ ਹੋਵੇ ਨਾ ਕਦੇ ਟੁੱਟੇ। ਇਹ ਧਾਗੇ 'ਚ ਕੋਈ ਦਮ ਨਹੀਂ। ਉਹ ਤਾਂ ਉਸ ਜਨੇਊ ਨੂੰ ਖੰਡਨ ਕਰ ਰਹੇ ਆ। ਤੇ ਜਦੋਂ ਸਵਾ ਮਣ ਜਨੇਊ ਰੋਜ਼ ਔਰੰਗਜ਼ੇਬ ਜਾਂ ਤਾਂ ਲਾਉਂਦਾ ਸੀ, ਉਹ ਲਾਉਂਦਾ ਸੀ, ਜਾਂ ਉਹਨਾਂ ਨੂੰ ਕਨਵਰਟ ਕਰ ਦਿੰਦਾ ਸੀ ਜਾਂ ਮਾਰ ਦਿੰਦਾ ਸੀ। ਉਹਦੀ ਲੜਾਈ ਗੁਰੂ ਤੇਗ ਬਹਾਦਰ ਸਾਹਿਬ ਲੜ ਰਹੇ ਆ। ਇਹ ਪੂਰਾ ਜਿਹੜਾ ਇੱਕ ਤੁਸੀਂ ਵੇਖ ਲਓ ਵੀ ਇਹ ਇੰਨਾ ਵੱਡਾ ਫਾਸਲਾ ਕੀ ਹੈ। ਇਹ ਫਾਸਲਾ ਇਹੀ ਆ ਵੀ ਅਸੀਂ ਕੋਈ ਵੀ ਹਿਊਮਨ ਰਾਈਟ ਵਾਇਓਲੇਸ਼ਨ ਸੀ ਉਹ ਉਸ ਵੇਲੇ ਦੀ, ਚਾਹੇ ਦਿੱਲੀ ਸਰਕਾਰ ਉਸ ਵੇਲੇ ਹੋਵੇ ਚਾਹੇ ਅੱਜ ਹੋਵੇ, ਫਰਕ ਕੁਛ ਨਹੀਂ ਪਿਆ, ਜਮਾਂ ਹੀ ਫਰਕ ਨਹੀਂ ਪਿਆ। ਦੇਖ ਲਓ ਹਿਊਮਨ ਰਾਈਟ ਵਾਇਓਲੇਸ਼ਨ ਸੀ ਉਹ। ਗੁਰੂ ਸਾਹਿਬ ਖੜੇ ਹੋਏ ਉਹਦੇ ਖਿਲਾਫ, ਉਸੇ ਲਾਲ ਕਿਲੇ ਚੋਂ ਸ਼ਾਹੀ ਗਾਜ਼ੀ ਨੇ ਫਰਮਾਨ ਪੜਿਆ। ਪਰ ਅੱਜ ਪ੍ਰਮਾਤਮਾ ਨੇ ਕੀਤਾ ਕੀ, ਅਕਾਲ ਪੁਰਖ ਵਾਹਿਗੁਰੂ ਨੇ ਉਸੇ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਝੰਡਾ ਲਾਤਾ ਜਾ ਕੇ। ਕਿਹਦੀ ਹੋਈ ਜਿੱਤ? ਤੁਸੀਂ ਸੋਚੋ ਤਾਂ ਸਹੀ ਇਸ ਗੱਲ ਨੂੰ। ਇਹ ਆਪਾਂ ਥੋੜੀ ਕੀਤਾ ਕੁਛ, ਇਹ ਤਾਂ ਸੰਗਤ ਨੇ ਕਰਤਾ। ਸੰਗਤ ਚ ਕੌਣ ਵਸਦਾ? ਗੁਰੂ ਵਸਦਾ। ਉਸ ਗੁਰੂ ਦੀ ਕਿਤੇ ਨਾ ਕਿਤੇ ਰਜ਼ਾ ਹੁੰਦੀ ਹੈ ਤਾਂ ਇਹੋ ਜਿਹੇ ਵੱਡੇ ਵਰਤਾਰੇ ਵਾਪਰਦੇ ਆ। ਇਹ ਸਿੰਬੋਲਿਕ ਗੱਲ ਹੁੰਦੀਆਂ। ਇਤਿਹਾਸ ਦੇ ਇਹਨਾਂ ਵਰਤਾਰਿਆਂ ਨੂੰ ਸਮਝਣਾ, ਫਿਰ ਜਿਹੜਾ ਮਾੜਾ ਮੋਟਾ ਅਧਿਆਤਮ ਨੂੰ ਸਮਝਦਾ ਉਹਨਾਂ ਬੰਦਿਆਂ ਦੇ ਵੱਸ ਦੀ ਗੱਲ ਆ। ਦੂਜੇ ਨਹੀਂ ਸਮਝ ਸਕਦੇ। ਦੂਜਿਆਂ ਨੂੰ ਤਾਂ ਇਹ ਹੁੰਦਾ ਯਾਰ ਬੜਾ ਕਈਆਂ ਨੇ ਕਿਹਾ ਬੜੀ ਮਾੜੀ ਗੱਲ ਹੋਈ ਯਾਰ, ਕਈ ਕਹਿੰਦੇ ਨਹੀਂ ਇਦੋਂ ਤਾਂ ਵਧੀਆ ਗੱਲ ਹੀ ਨਹੀਂ ਹੋ ਸਕਦੀ। ਪਰ ਇਹਦੇ ਪਿੱਛੇ ਕਾਰਨ ਕਿੱਥੇ ਪਿਆ? ਕੁਦਰਤ ਦਾ ਨਿਯਮ ਆ। ਕਦੇ ਵੀ ਚਾਹੇ ਸਾਲਾਂ ਬਾਅਦ ਤੁਸੀਂ ਵੇਖੋ ਬਾਬਾ ਬਘੇਲ ਸਿੰਘ ਉਦੋਂ ਬਾਅਦ ਕਿੰਨੇ ਵਾਰੀ ਉੱਥੇ ਸਾਡਾ ਨਿਸ਼ਾਨ ਚੜਾਉਂਦਾ ਰਿਹਾ। ਸਾਡੇ ਬੰਦੇ ਗਏ, ਕਿਸੇ ਨੇ ਮਿੱਥੀ ਨਹੀਂ ਸੀ ਗੱਲ, ਕਿਸੇ ਨੂੰ ਯਾਦ ਚੇਤੀ ਨਹੀਂ ਸੀ ਇਹ ਗੱਲ ਵੀ ਆਹ ਵੀ ਵਰਤਾਰਾ ਵਾਪਰਨਾ। ਉੱਥੇ ਗਏ, ਕਿਲੇ 'ਚ ਵੜੇ, ਕਿਸਾਨੀ ਝੰਡਾ ਤੇ ਨਿਸ਼ਾਨ ਸਾਹਿਬ ਉੱਥੇ ਲਾ ਕੇ ਆ ਗਏ। ਚਾਹੇ ਸਰਕਾਰ ਦਾ ਇਹ ਟਰੈਪ ਹੀ ਸੀ, ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਉੱਤੇ ਵੀ ਲੋਕਾਂ ਨੂੰ ਵਾੜ ਲਓ ਦਿੱਲੀ 'ਚ ਤੇ ਮੁੜ ਕੇ ਅਸੀਂ ਦੰਗੇ ਕਰਾ ਦਾਂਗੇ। ਇਹ ਤਾਂ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਤਾਂ ਇਹਨਾਂ ਦਾ ਤਾਂ ਇਹ ਸਪੈਸ਼ਲਿਟੀ ਆ ਨਾ, ਇਸ ਗੱਲ 'ਚ ਮੁਹਾਰਤ ਹਾਸਲ ਆ ਇਹਨਾਂ ਨੂੰ ਤਾਂ। ਪਰ ਸਾਡੇ ਵਾਲਿਆਂ ਨੇ ਨਾ ਕੋਈ ਘਰ ਲੁੱਟਿਆ, ਨਾ ਦੁਕਾਨ ਲੁੱਟੀ, ਨਾ ਕਿਸੇ ਨੂੰ ਮਾਰਿਆ ਖੋਇਆ, ਕੁਛ ਨਹੀਂ ਕੀਤਾ। ਜਾਬਤੇ 'ਚ ਰਹਿ ਕੇ ਤੇ ਲਾਲ ਕਿਲੇ ਜਾ ਕੇ ਆਪਦਾ ਜਿਹੜਾ ਕੰਮ ਕਰਨਾ ਸੀ ਸਿੰਬੋਲਿਕ। ਬਾਬਾ ਬਘੇਲ ਸਿੰਘ ਵੀ ਇਹੀ ਕਰਦਾ ਹੁੰਦਾ ਸੀ ਵੀ ਇੱਕ ਵਾਰੀ ਜਿੱਤਣਾ ਹੀ ਆ ਯਾਰ। ਹੁਣ ਇਸ ਗੱਲ ਨੂੰ ਇਤਿਹਾਸ ਦੇ ਸੰਦਰਭ 'ਚ ਸਮਝਣਾ ਵੀ ਉੱਥੇ ਅੱਛਾ ਉਹੀ ਲਾਲ ਕਿਲੇ 'ਚ ਫਿਰ ਇੱਕ ਇਹਨਾਂ ਨੇ ਅਕੈਡਮੀ ਬਣਾਈ ਹੋਈ ਹੈ ਜਿੱਥੇ ਜਿਹੜੇ ਬੰਦਿਆਂ ਨੂੰ ਫੜ ਲੈਂਦੇ ਆ ਉਹਨਾਂ ਤੇ ਫਿਜ਼ੀਕਲ ਟਾਰਚਰ ਕਰਦੇ ਆ, ਮੈਂਟਲ ਟਾਰਚਰ ਕਰਦੇ ਆ। ਜੇ ਨਹੀਂ ਟੁੱਟਦੇ ਤਾਂ ਉੱਥੇ ਲਿਆ ਕੇ ਫਿਰ ਟਾਰਚਰ ਕਰਦੇ ਆ। ਉੱਥੇ ਲਿਆ ਕੇ ਸਾਈਕੈਟਰਿਸਟ ਨੂੰ ਬੁਲਾਉਂਦੇ ਆ, ਆਪਦੇ ਸਾਈਕੋਲੋਜਿਸਟ ਨੂੰ ਬੁਲਾਉਂਦੇ ਆ ਤੇ ਉਹਦਾ ਫਿਰ ਮਾਈਂਡ ਵਾਸ਼ ਕਰਦੇ ਆ। ਇਹ ਹਕੂਮਤਾਂ ਇਹ ਕੰਮ ਕਰਦੀਆਂ ਕਿਉਂ? ਗਲਬਾ ਪਾਉਣਾ ਲੋਕਾਂ ਤੇ, ਲੋਕਾਂ ਨੂੰ ਗੁਲਾਮ ਬਣਾਉਣਾ, ਆਪਦੇ ਹਿਸਾਬ ਨਾਲ ਚਲਾਉਣਾ, ਤੁਹਾਡੇ ਸੱਭਿਆਚਾਰ, ਤੁਹਾਡੀ ਹੋਂਦ ਤੇ ਹਸਤੀ ਨੂੰ ਖਤਮ ਕਰਨਾ। ਉਹਨਾਂ ਨੇ ਆਪਦੇ ਹਿਸਾਬ ਦੇ ਲੋਕ ਘੜਨੇ ਆ, ਆਪਦੇ ਹਿਸਾਬ ਦੇ ਮਨੁੱਖ ਘੜਨੇ ਆ। ਉਹਨਾਂ ਨੇ ਉਹ ਬੰਦੇ ਨਹੀਂ ਘੜਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਸਾਜੇ ਆ, ਜਿਹੜੇ ਕਿਸੇ ਦੇ ਅਧੀਨ ਨਹੀਂ ਆ, ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਆ। ਉਹ ਬੰਦਿਆਂ ਦੀ ਲੋੜ ਨਹੀਂ ਉਹਨਾਂ ਨੂੰ। ਪਰ ਜਿਹੜੇ ਕੌਮਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਫਿਰ ਖੜਦੀਆਂ ਤੇ ਅਸੀਂ ਖੜੇ। ਔਰ ਇਹ ਕਮਾਈ ਕਿੱਥੋਂ ਆਈ? ਇਹ ਇਹਨਾਂ ਰਹਿਬਰਾਂ ਦੀ, ਇਹਨਾਂ ਗੁਰੂਆਂ ਦੀ ਦਿੱਤੀ ਹੋਈ ਕਮਾਈ ਆ। ਪਤਾ ਨਹੀਂ ਕਿੱਥੋਂ ਪ੍ਰਗਟ ਹੋ ਜਾਣੀ ਆ। ਇੱਕ ਗੱਲ ਮੈਂ 25 ਤਰੀਕ ਨੂੰ ਰਾਤ ਨੂੰ ਇਹਦਾ ਅਹਿਸਾਸ ਕੀਤਾ ਸੀ ਬਾਈ ਜੀ, ਜਦੋਂ ਉੱਥੇ ਲੋਕਾਂ 'ਚ ਐਡਾ ਰੋਹ ਸੀ ਨਾ ਜਿਹੜਾ, ਤੇ ਲੀਡਰਸ਼ਿਪ ਉਸ ਵੇਲੇ ਹੈ ਨਹੀਂ ਸੀ ਸਟੇਜ ਤੇ। ਜਦੋਂ ਪਹਿਲਾਂ ਲੱਖਾ ਗਿਆ, ਫਿਰ ਮੈਨੂੰ ਬੁਲਾਇਆ ਗਿਆ, ਸੀ ਜਾ ਕੇ ਮਾਹੌਲ ਨੂੰ ਟਿਕਾਇਆ। ਪਰ ਉਹਦੇ ਪਿੱਛੇ ਵੀ ਕੁਝ ਪਿਆ ਸੀ, ਉਹ ਰੋਹ ਦੇ ਪਿੱਛੇ ਵੀ ਕੁਝ ਪਿਆ ਸੀ। ਉਹੀ ਗੱਲ ਸਾਨੂੰ ਐਨਾਲਾਈਜ਼ ਕਰਨੀਆਂ ਪੈਂਦੀਆਂ, ਚੀਜ਼ਾਂ ਨੂੰ ਸਮਝਣਾ ਪੈਂਦਾ। ਇੱਕ ਵਕਤ
इस कौम ते वो आ जाता, इस एक लहर इहो जी बन जाती है जदों पंथ प्रगट हो जाता, वो परमेश्वर का अकाल पुरख वाहिगुरू का जो साजिया होया पंथ वो प्रगट हो जाता, तो वो एन सिर तली ते रख के फिरदा भी दसो सही हुण की करना। वो टाइम सी उस वेले। हुण पुरातन समय जो पंथ ने वो एहसास करने हुंदे सी पल, उस वेले तां अगे जरनैल हुंदे सी खड़े, जिहड़े फिर जंग के मैदान च जाके दो दो हथ करते सी ते उस गल का उस रोह का एक क्लोजर मिल जाता सी। इत्थे जरनैलों की घाट ते उस जदों उस रोह का क्लोजर ही नहीं मिलिया, फिर लोग 26 नूं तां ही आप महारे हो गए ना, संगत रूपी गल जाके लाल किले च वड़ गए। असीं गल्लां नूं समझदे नहीं, सानूं अध्ययन नहीं करना आउंदा, असीं तोहमतां च एक दूजे ते लत्तां खिੱਚਦੀਆਂ ਅਸੀਂ ਇੱਥੇ ही रह जाने आ, इंदी शैले हो गए, उत्ते वाली सतह जी ते ही रह जाने आ, थल्ले की पिया गहराई च की पिया ये गल्लां कदे नहीं समझियां सी। स्टेट किवें काम करदी आ, सरकारां किवें काम करदियां, स्टेट क्राफ्ट की हुंदा। हुण साडी किसान लीडरशिप साडे आगू है, साडे ही आ वो, पर किवें तुसीं देखो स्टेज तो भाषा की वरती जा रही है कि संयुक्त किसान मोर्चे की स्टेज तो असीं आपस च ही उलझे फिरते हैं। लड़ाई साडी सरकार नाल आ, वो दीप सिद्धू के खिलाफ लगे जाणगे या लखे के खिलाफ लगे जाणगे, इधरों साडे वर्गे उन्हां दे, मतलब ये तो कोई साडा म्यार नहीं है, फिर ये तो साडे किरदार नहीं है। असीं कदों एकता दिखावांगे, इकट्ठे होकर लड़ांगे। फिर गल्लां देखो, ये बीजेपी का बंदा है, सरकार का बंदा है, एजेंट आ, और इदू भी गंदी भाषा, भद्दी भाषा यूज की जाती है, गालो गाली। पर क्यों करते हैं असीं? क्योंकि असीं उत्ते ही रहने हैं, सानूं थलड़ी जिहड़ी एक लेयर आ उहदी तां समझ ही है नहीं। स्टेट या सरकार किवें काम करती है, स्टेट क्राफ्ट की हुंदा, जिन्हों स्टेट क्राफ्ट की समझ होवे ना उन्होंने पता लग जू बंदा साडा कि यह बगाना। स्टेट क्राफ्ट जो लीडरशिप नूं ना समझ होवे तां उन्हां दियां हमेशा ही कैलकुलेशनस जिहड़ियां गिनतियां मिनतियां वो गलत होणगियां। ते जे साडे आवाम नूं, साडी मखलूक नूं, साडे लोकां नूं ना समझ होवे स्टेट क्राफ्ट दी, उन्हां नूं पता ही नहीं लगू भी साडा लीडर साडा कि किसी दा, क्योंकि उत्थों तक थोड़ी मानसिकता नूं लैके ही नहीं जाते कदे। जिहड़ा दसदा ਉਹਦੇ खिलाफ फिर एक प्रचार चलूगा भी नहीं, लोगों को नहीं जगा सकते तुसीं। प्रचार फिर देखियो हर बंदा हर शह बोलूगी, लफ्ज़ां नूं फड़ फड़ ਉਹਦੇ मतलब कट कट ਤੁਹਾਨੂੰ ਤੁਹਾਡੇ ਅੱਗੇ पेश किया जाऊगा। मीडिया की, बंदे की, पता नहीं फॉर्मूले घड़े जाणगे। सो यही वरतारा चल रहा, ये साडे ते असर पा जांदा। ਅਸੀਂ फिर उवें ही धिरां च वंडे जाने आ, कुछ बंदे मेरे वाले पासे खड़े आ, कुछ दूजे वाले पासे खड़े आ, कुछ उधर नूं खड़े आ। क्यों? सानूं गल्लां दी समझ ही है नहीं, सानूं नैरेटिव की समझ नहीं। पंजाब का नैरेटिव की होना चाहिए, साडा आपदा बिरतांत की होना चाहिए, साडे मुद्दे की आ, सानूं इन्हां गल्लां दी समझ नहीं, मसलिਆਂ की समझ नहीं। हल कित्थों लभांगे? जदों तक मसलिਆਂ नूं नहीं समझांगे सानूं हल कित्थों मिलणगे? अज इत्थे बैठे आ आपां सारे, साडी आही परंपरा ते रीत सी, संगत रूपी आके गल्लां करनियां। तुसीं किन्ने करी आपां बैठे आ, ये सब कुछ बदलता। हुण तां सोशल मीडिया ते सिर्फ गल उन्होंने दिखाउणी आ, कईयां दे जच जांदी आ, कईयां दे दूजी कोई गल जच जांदी आ, उत्थों ही जजमेंट्स बन जांदियां। किसी ने कोई अध्ययन किया होवे या इतिहास नूं पढ़िया होवे, फिर रियलिटी नूं समझिया होवे, क्योंकि जिहड़ी रियलिटी सच हुंदा या जो चल रहा हुंदा उहदियां बड़ियां परतां हुंदियां, एक परत थोड़ी है उहदी, बड़ियां परतां हुंदियां। और जिहड़े लिखदे आ वो ग्राउंड ते उन्हां नूं कुछ नहीं पता हुंदा की लिखना, वो ड्राइंग रूमां 'च बैठ के उन्हां ने तां लेख लिखने आ, उन्हां नूं की पता ग्राउंड ते की चल रहा, संघर्ष 'च की चल रहा। किसी ने कदे अध्ययन करन दी तां कोशिश ही नहीं की। तुसीं ये वेखो, ਜਦੋਂ ਯਹੂਦੀਆਂ ਤੇ ਆ ਘੱਲੂ ਘਰਾ ਸਾਡਾ ਹਫਤਾ ਆ ਰਿਹਾ, ਜਦੋਂ ਯਹੂਦੀਆਂ ਤੇ ਕਤਲੇਆਮ ਹੋਇਆ ਸੀ ਨਾ, ਉਹਨਾਂ ਨੇ ਸਾਲੋਂ ਬੱਧੀ ਰਿਸਰਚ ਕੀਤੀ ਵੀ ਇਹ ਹੋ ਕਿਉਂ ਗਿਆ। ਸਾਡੇ ਜਿੰਨੀ ਲਿਆਕਤ, ਸਾਡੇ ਵਿਦਵਾਨ, ਸਾਡੇ ਜਿਹੜੇ ਫੌਜ 'ਚ ਵੱਡੇ ਵੱਡੇ ਅਫਸਰ, ਫਿਰ ਵੀ ਸਾਡੇ ਨਾਲ ਯਾਰ ਐਡਾ ਵੱਡਾ ਕਤਲੇਆਮ। ਫਿਰ ਉਹਨਾਂ ਨੇ ਮਸਲੇ ਨੂੰ ਸਮਝਿਆ, ਜੜ ਕਿੱਥੇ ਪਈ ਹੈ ਇਸ ਗੱਲ ਦੀ, ਇਹਦੇ ਤੇ ਉਹਨਾਂ ਨੇ ਰਿਸਰਚ ਕੀਤੀ।
ਇਕੱਠੇ ਹੋ ਕੇ। ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਗੱਲ ਫੜੀ ਵੀ ਜੜ ਕਿੱਥੇ ਪਈ ਆ। ਉਹਨਾਂ ਨੇ ਇੱਕ ਗੱਲ ਮੈਂ ਸੰਖੇਪ ਚ ਸਮਝਾਉਣਾ, ਡਿਸਕਸ਼ਨ ਲੰਬੀ ਆ। ਇੱਕ ਗੱਲ ਉਹਨਾਂ ਨੂੰ ਇਹ ਪਤਾ ਲੱਗੀ ਵੀ ਇੱਕ ਸਿਸਟਮ ਸਾਡੇ ਜਿਹੜੇ ਵਿਰੁੱਧ ਚੱਲ ਰਿਹਾ ਸੀ ਨਾ, ਉਹ ਸਿਸਟਮ ਚ ਸਮਝੌਤੇ ਕਰ ਰਹੇ ਸੀ ਅਸੀਂ। ਇੱਕ ਨਵੀਂ ਨੀਤੀ ਬਣ ਗਈ, ਅਸੀਂ ਕਹਤਾ ਵੀ ਚਲੋ ਕੋਈ ਨਹੀਂ ਯਾਰ ਇੰਨਾ ਕੁ ਸਹਿ ਲੈਂਦੇ ਆ। ਦੂਜੀ ਨਵੀਂ ਨੀਤੀ ਬਣ ਗਈ, ਚਲੋ ਕੋਈ ਨਹੀਂ ਇੰਨਾ ਕੁ ਸਹਿ ਲੈਂਦੇ ਆ। ਫਿਰ ਇੱਕ ਸਿਸਟਮ ਸਾਡੇ ਅਗੇਂਸਟ ਪਰਪੈਚੁਏਟ ਹੋ ਗਿਆ, ਉਹ ਸਦੀਵੀ ਹੋ ਗਿਆ ਤੇ ਉਹ ਇੱਕ ਇਹੋ ਜਿਹੀ ਜਗ੍ਹਾ ਤੇ ਪਹੁੰਚ ਗਿਆ ਵੀ ਜਿੱਥੋਂ ਉਹਨੂੰ ਵਾਪਸ ਮੁੜਨਾ ਬਹੁਤ ਔਖਾ ਸੀ। ਜਦੋਂ ਉਹ ਸਦੀਵੀ ਹੋਇਆ ਫਿਰ ਇੱਕ ਇੰਪਲਸ ਥੱਲੇ ਕੰਮ ਕਰ ਰਹੀ ਸੀ। ਨੀਤੀਆਂ ਕਿਉਂ ਬਣਦੀਆਂ? ਕਿਉਂਕਿ ਥੱਲੇ ਇੱਕ ਇੰਪਲਸ, ਇੱਕ ਮਾਨਸਿਕਤਾ ਕੰਮ ਕਰ ਰਹੀ ਹੁੰਦੀ ਆ ਹੁਕਮਰਾਨਾਂ ਦੀ, ਜਿਹਦੇ 'ਚ ਜਾਂ ਤਾਂ ਨਫ਼ਰਤ ਪਈ ਹੁੰਦੀ ਆ ਜਾਂ ਇਹ ਗੱਲ ਪਈ ਹੁੰਦੀ ਆ ਵੀ ਮੇਰਾ ਗਲਬਾ ਰਹੇ। ਆਹ ਸੱਭਿਆਚਾਰ ਹੁਣ ਖਤਮ ਕਰਨਾ ਸੀ। ਅਸੀਂ ਜੋ ਦਿੱਲੀ ਚਾਹੁੰਦੀ ਆ ਉਹ ਸੱਭਿਆਚਾਰ ਰੱਖਾਂਗੇ ਇਸ ਖਿੱਤੇ 'ਚ। ਪੰਜਾਬ ਦਾ ਆਪਦੀ ਕੋਈ ਹੋਂਦ ਹਸਤੀ ਨਹੀਂ ਹੋਊਗੀ। ਇਹ ਜਦੋਂ ਮਾਨਸਿਕਤਾ ਤੇ ਅਸੀਂ ਸਮਝੌਤੇ ਕਰਨ ਲੱਗੇ, ਥੋੜੇ ਜਿਹੇ ਕੀਤੇ, ਫਿਰ ਥੋੜੇ ਜਿਹੇ ਕੀਤੇ, ਇੱਕ ਦਿਨ ਇਸ ਥਾਂ ਤੇ ਪਹੁੰਚ ਜਾਾਂਗੇ ਜਿੱਥੋਂ ਫਿਰ ਸਾਡੇ ਤੋਂ ਵਾਪਸ ਨਹੀਂ ਹੋਣੀਆਂ ਗੱਲਾਂ। ਇਹ ਉਹਨਾਂ ਨਾਲ ਵਾਪਰਿਆ। ਅਸੀਂ ਹੋਰ ਸਿਵਲਾਈਜੇਸ਼ਨਸ ਤੋਂ, ਹੋਰ ਕਿਸੇ ਕੌਮਾਂ ਤੋਂ ਕੁਝ ਨਹੀਂ ਸਿੱਖਿਆ, ਆਪਦੇ ਇਤਿਹਾਸ ਤੋਂ ਹੀ ਕੁਝ ਨਹੀਂ ਸਿੱਖਿਆ। ਸੋ ਕਿਉਂ ਨਹੀਂ ਸਿੱਖਿਆ? ਕਿਉਂਕਿ ਜਿਹੜੀਆਂ ਸਾਡੀਆਂ ਸੰਸਥਾਵਾਂ, ਸੰਪਰਦਾਵਾਂ, ਟਕਸਾਲਾਂ ਉਹ ਵੀ ਖਤਮ ਕਰਤੀਆਂ। ਅੱਜ ਆਰਐਸਐਸ ਬੀਜੇਪੀ ਕੀ ਕਰ ਰਹੀ ਹੈ? ਆਏ ਨਹੀਂ ਬੰਦੇ ਭੇਜਦੀ ਵੀ ਇੱਕ ਬੰਦਾ ਭੇਜ ਦੋ ਤੇ ਉਹ ਕੁਝ ਕਰ ਦੂਗਾ, ਨਹੀਂ। ਉਹ ਸਾਨੂੰ ਜਥੇਬੰਦਕ ਨਹੀਂ ਹੋਣ ਦੇ ਰਹੇ। ਤੁਸੀਂ ਦੱਸੋ ਸਾਡੀ ਕੋਈ ਜਥੇਬੰਦੀ ਬਚੀ ਹੋਵੇ ਜਿੱਥੇ ਜਿਹੜੇ ਰਾਜਨੀਤੀ ਬੰਦੇ ਆ, ਰਾਜਨੀਤੀ ਕਰਦੇ ਆ, ਉਹਨਾਂ ਦਾ ਦਖਲ ਅੰਦਾਜ਼ ਨਾ ਹੋਵੇ? ਕੋਈ ਇੱਕ ਹੀ ਦਿਖਾ ਦਿਓ ਮੈਨੂੰ। ਬੰਦੇ ਪਲਾਂਟ ਕਰ, ਇਹ ਤਾਂ ਬਹੁਤ ਗੱਲਾਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੇਲੇ ਇਹੀ ਗੱਲ ਚੱਲਦੀ ਸੀ ਵੀ ਪਲਾਂਟ ਕੀਤਾ। ਯਾਰ ਉਹ ਕਰ ਕੀ ਰਿਹਾ ਤੁਹਾਡੇ ਲਈ? ਗੱਲ ਕੀ ਪੇਸ਼ ਕਰ ਰਿਹਾ ਉਹ ਤਾਂ ਸੁਣੋ, ਨੈਰੇਟਿਵ ਤਾਂ ਸੁਣੋ। ਪੰਜਾਬ ਦਾ ਨੈਰੇਟਿਵ ਕੀ ਹੋਣਾ ਚਾਹੀਦਾ ਇਹਦੀ ਸਮਝ ਹੈਗੀ ਕਿਸੇ ਨੂੰ? ਪਰ ਅਸੀਂ ਗੱਲ ਉਹ ਮਿੱਥ ਲੈਣੀ ਆ, ਮੰਨ ਲੈਣੀ ਆ। ਉਹਨਾਂ ਨੇ ਤੁਹਾਨੂੰ ਇਕੱਠੇ ਨਹੀਂ ਹੋਣ ਦੇਣਾ, ਉਹਨਾਂ ਨੇ ਜਥੇਬੰਦਕ ਨਹੀਂ ਹੋਣ ਦੇਣਾ। ਜਿਹੜੇ ਸਾਡੇ ਢਾਂਚੇ ਬਣੇ ਹੋਏ ਆ ਉਹਨਾਂ ਢਾਂਚਿਆਂ ਨੂੰ ਤੋੜਤਾ। ਸੋ ਸਾਨੂੰ ਤਾਂ ਮੋੜੋਸਾਰੀ ਕਰਨੀ ਪਊਗੀ, ਰਾਜਨੀਤਿਕ ਤੇ ਸਮਾਜਿਕ ਢਾਂਚੇ ਦੀ ਵੀ ਮੋੜੋਸਾਰੀ ਕਰਨੀ ਪਊਗੀ। ਕਿਸਾਨੀ ਦੇ ਇਸ ਘੋਲ 'ਚ ਬੜਾ ਕੁਝ ਸਾਨੂੰ ਮਿਲ ਸਕਦਾ। ਏਕਾ ਰੱਖਣਾ ਪਊਗਾ। ਸਾਡੇ ਬਜ਼ੁਰਗਾਂ ਨੂੰ ਮੈਂ ਜਿੱਥੇ ਵੀ ਜਾਂਦਾ ਇਹ ਬੇਨਤੀ ਕਰਦਾ, ਆਗੂਆਂ ਨੂੰ, ਵੀ ਤੁਹਾਡੀ ਅਗਵਾਈ 'ਚ ਹੀ ਲੜਾਂਗੇ। ਅਸੀਂ ਤਾਂ ਸੰਗਤ 'ਚ ਬੈਠਣ ਵਾਲੇ ਬੰਦੇ ਆ, ਤੁਸੀਂ ਸਾਡੇ ਆਗੂ ਹੋ, ਤੁਹਾਡੀ ਅਗਵਾਈ 'ਚ ਲੜਾਂਗੇ। ਇੱਥੇ ਨਾ ਮੈਂ ਚੋਣਾਂ ਲੜਨਾ ਆ ਨਾ ਲੀਡਰ ਬਣਨਾ ਆ। ਮੇਰੇ ਤਾਂ ਇੱਕ ਵਿਰਸੇ ਦੀ ਆਪਦੀ ਚੀਜ਼ ਪਈ ਅੰਦਰ, ਉਹ ਲੈ ਆਈ ਜਿਵੇਂ ਤੁਹਾਡੇ ਸਾਰਿਆਂ ਦੇ ਅੰਦਰ ਹੋਊਗੀ। ਸੋ ਇੰਨੀਆਂ ਜਿਹੜੀਆਂ ਅੱਜ ਗੱਲਾਂ ਚਲੋ ਆਪਾਂ ਕੀਤੀਆਂ, ਇਹਦੇ ਤੇ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਤੇ ਵੀ ਆ ਬਾਈ ਜੀ। ਜਿੰਨੀ ਮੇਰੇ ਮੋਢਿਆਂ ਤੇ ਜਿੱਡੀ ਜ਼ਿੰਮੇਵਾਰੀ ਉਨੀ ਉਹ ਤੁਹਾਡੇ ਮੋਢਿਆਂ ਤੇ ਆ। ਇਹਦਾ ਸਾਂਝੀ ਲੜਾਈ ਆ। ਸਾਂਝੀ ਲੜਾਈ ਤਾਂ ਫਿਰ ਇੱਕੇ 'ਚ ਰਹਿ ਕੇ ਲੜੀ ਜਾਂਦੀ ਹੁੰਦੀ ਆ, ਫੇਰ ਹੀ ਇਸ ਸਰਕਾਰ ਵਿਰੁੱਧ ਆਪਾਂ ਲੜ ਸਕਾਂਗੇ। ਨਹੀਂ ਤਾਂ ਇਹਦਾ ਇੰਨੇ ਨਿਰਦਈ ਬੰਦੇ ਆ, ਇਹਦਾ ਕਿਸੇ ਹੱਦ ਤੱਕ ਜਾ ਸਕਦੇ ਆ। ਇਹਨਾਂ 'ਚ ਇਨਸਾਨੀ ਗੁਣ ਨਹੀਂ, ਇਹਨਾਂ 'ਚ ਜਾਨਵਰ ਬਿਰਤੀ ਹੈ। ਸੋ ਗੱਲਾਂ ਬਹੁਤ ਆ, ਆਪਾਂ ਸਾਰੀ ਰਾਤ ਹੀ ਕਰੀ ਜਾਈਏ ਚਾਹੇ, ਪਰ ਸਾਨੂੰ ਸਮਾਂ ਵੀ ਲੰਬਾ ਚਾਹੀਦਾ। ਹੋਰ ਜਦੋਂ ਕਿਤੇ ਆਪਣਾ ਸਬੱਬ ਬਣੇ ਫਿਰ ਅਸੀਂ ਇਕੱਠੇ ਰਲ ਮਿਲ ਕੇ ਬੈਠਾਂਗੇ, ਗੱਲਾਂ ਕਰਾਂਗੇ। ਪਰ ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਏਕੇ 'ਚ ਰਹਿ ਕੇ ਆਪਦੀ ਹੋਂਦ ਦੀ ਲੜਾਈ ਲੜੀਏ ਅਸੀਂ। ਜਿਉਂਦੇ ਵਾਸਤੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।